ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਗੁਰੂ ਸਾਹਿਬ ਦੇ ਇੱਕ ਚਮਤਕਾਰ ਦੀ ਗੱਲ ਕਰਾਂਗੇ। ਸ਼ਾਇਦ ਉਸ ਉੱਪਰ ਤੁਹਾਨੂੰ ਯਕੀਨ ਨਾ ਹੋਵੇ। ਆਪਣੇ ਚੈਨਲ ਦੇ ਸਬਸਕ੍ਰਾਈਬ ਮਤਲਬ ਕਿ ਆਪਣਾ ਪਰਿਵਾਰ ਹੁਣ 1.25 ਲੱਖ ਪਾਰ ਕਰ ਗਿਆ ਹੈ। ਉਸ ਲਈ ਤੁਹਾਡਾ ਸਭ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਅੱਗੇ ਵੀ ਇਦਾਂ ਹੀ ਪਿਆਰ ਦਿੰਦੇ ਰਹੋ। ਸੰਗਤ ਜੀ, ਵੀਡੀਓ ਨੂੰ ਲਾਈਕ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ। ਹੁਣ ਤੁਹਾਡੇ ਨਾਲ ਸੱਚੀ ਕਥਾ ਸਾਂਝੀ ਕਰ ਲੈਂਦੇ ਹਾਂ। ਅੱਜ ਤੁਹਾਨੂੰ ਇੱਕ ਅਜਿਹੀ ਘਟਨਾ ਬਾਰੇ ਜਾਣੂ ਕਰਵਾਵਾਂਗੇ ਜਿਸ ਵਿੱਚ ਇਹ ਗੱਲ ਸਾਫ਼ ਹੁੰਦੀ ਹੈ ਕਿ ਪਰਮਾਤਮਾ ਦੀ ਕਚਹਿਰੀ ਨੂੰ ਜਾਣ ਦੇ ਲਈ ਕਿੰਨਾ ਸਮਾਂ ਲੱਗਦਾ ਹੈ। ਇਹ ਘਟਨਾ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੀ ਜੀਵਨ ਦੀ ਹੈ। ਇੱਕ ਵਾਰ ਇੱਕ ਪੰਡਤ ਜੀ ਜੋ ਵੈਦ ਪੁਰਾਣਾ ਦੇ ਵੱਡੇ ਗਿਆਤਾ ਸੀ, ਬਹੁਤ ਬਾਬਾ ਕਰਮ ਸਿੰਘ ਜੀ ਦੀ ਉਸ ਪੁਸਤਕ ਸੁਣ ਕੇ ਉਹਨਾਂ ਦੇ ਦਰਸ਼ਨਾਂ ਦੇ ਲਈ ਆਏ। ਜਦੋਂ ਬਾਬਾ ਜੀ ਨੂੰ ਪਤਾ ਲੱਗਿਆ ਕਿ ਪੰਡਤ ਜੀ ਉੱਚੀ ਚੋਟੀ ਦੇ ਸ਼ਖਸੀਅਤ ਹਨ ਅਤੇ ਵੈਦ ਪੁਰਾਣਾ ਦੇ ਮਹਾਨ ਗਿਆਤਾ ਹਨ, ਤਾਂ ਬਾਬਾ ਜੀ ਨੇ ਬੜੇ ਹੀ ਪਿਆਰ ਦੇ ਨਾਲ ਪੰਡਤ ਜੀ ਦਾ ਸਵਾਗਤ ਕੀਤਾ। ਪੰਡਤ ਜੀ ਦੇ ਰਹਿਣ ਦੇ ਲਈ ਉਹਨਾਂ ਨੂੰ ਇੱਕ ਅਲੱਗ ਕਮਰਾ ਦਿੱਤਾ ਗਿਆ ਅਤੇ ਪੰਡਤ ਜੀ ਦੀ ਸੇਵਾ ਲਈ ਡਿਊਟੀ ਦੇ ਲਈ 2 ਸਿੰਘ ਲਗਾ ਦਿੱਤੇ। ਜੇਕਰ ਪੰਡਤ ਜੀ ਨੂੰ ਕੋਈ ਵੀ ਸੇਵਾ ਪਾਣੀ ਦੀ ਲੋੜ ਹੋਵੇ, ਸਿੰਘ ਹਰ ਵੇਲੇ ਤਿਆਰ ਰਹਿੰਦੇ ਸੀ। ਪਰ ਪੰਡਤ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਜੇਕਰ ਤੁਹਾਡੀ ਆਗਿਆ ਹੋਵੇ ਤਾਂ ਮੈਂ ਤੁਹਾਨੂੰ ਵੈਦ ਪੁਰਾਣਾ ਦੀ ਕਥਾ ਸੁਣਾਉਣਾ ਚਾਹੁੰਦਾ ਹਾਂ। ਬਾਬਾ ਕਰਮ ਸਿੰਘ ਜੀ ਨੇ ਕਿਹਾ ਕਿ ਅਸੀਂ ਕਥਾ ਵਿਚਾਰ ਜ਼ਰੂਰ ਸੁਣਾਂਗੇ, ਪਰ ਸਵੇਰ ਵੇਲੇ ਸੰਗਤਾਂ ਦਾ ਜ਼ਿਆਦਾ ਜ਼ੋਰ ਹੁੰਦਾ ਹੈ, ਦੀਵਾਨਾਂ ਦੀ ਵੀ ਹਾਜ਼ਰੀ ਭਰਨੀ ਹੁੰਦੀ ਹੈ ਅਤੇ ਰਾਗੀ ਸਿੰਘਾਂ ਨੇ ਵੀ ਕੀਰਤਨ ਕਰਨਾ ਹੁੰਦਾ ਹੈ। ਸੋ ਇਸ ਕਰਕੇ ਸਵੇਰ ਦੇ ਵੇਲੇ ਤਾਂ ਸੰਭਵ ਨਹੀਂ। ਤੁਸੀਂ ਰਾਤ ਦੇ ਵੇਲੇ ਸਾਨੂੰ ਕਥਾ ਜ਼ਰੂਰ ਸਰਵਣ ਕਰਵਾ ਦਿਓ ਕਰੋ। ਸੋ ਰਾਤ 8 ਵਜੇ ਦਾ ਸਮਾਂ ਕਥਾ ਸਰਵਣ ਕਰਨ ਦੇ ਲਈ ਮਿਥਿਆ ਗਿਆ। ਰਾਤ ਦੇ 8 ਵਜੇ ਪੰਡਤ ਜੀ ਬਾਬਾ ਜੀ ਦੇ ਕਮਰੇ ਵਿੱਚ ਆਏ ਅਤੇ ਕਥਾ ਸਰਵਣ ਕਰਨ ਲੱਗੇ। ਉਹਨਾਂ ਦਿਨਾਂ ਦੇ ਵਿੱਚ ਬਾਬਾ ਜੀ ਦੀ ਸਿਹਤ ਕੁਝ ਕੁ ਠੀਕ ਨਹੀਂ ਰਹਿੰਦੀ ਸੀ ਅਤੇ ਬਾਬਾ ਜੀ ਦੇਸੀ ਦਵਾਈਆਂ ਦਾ ਇਸਤੇਮਾਲ ਕਰਦੇ ਸੀ। ਉਸ ਸਮੇਂ ਵਿੱਚ ਬਾਬਾ ਜੀ ਦੀ ਸੇਵਾ ਦੇ ਵਿੱਚ ਇੱਕ ਮਸਤਾਨਾ ਸਿੰਘ ਰਹਿੰਦਾ ਸੀ। ਉਸ ਮਸਤਾਨੇ ਸਿੰਘ ਦੀ ਡਿਊਟੀ ਬਾਬਾ ਜੀ ਦੀ ਦਵਾਈ ਵਗੈਰਾ ਦੇਣ ਦੀ ਸੀ। ਸੋ ਪੰਡਤ ਜੀ ਕਥਾ ਕਰ ਰਹੇ ਸੀ। ਪੰਡਤ ਜੀ ਨੇ ਗਰੁੜ ਪੁਰਾਣ ਦੀ ਕਥਾ ਸ਼ੁਰੂ ਕੀਤੀ। ਪੰਡਤ ਜੀ ਬਾਬਾ ਜੀ ਨੂੰ ਕਥਾ ਸਰਵਣ ਕਰਵਾ ਰਹੇ ਸੀ ਕਿ ਉਹ ਮਸਤਾਨਾ ਸਿੰਘ ਕਮਰੇ ਦੇ ਵਿੱਚ ਆ ਜਾਂਦਾ ਹੈ ਅਤੇ ਬਾਬਾ ਜੀ ਦੇ ਲਈ ਦੁੱਧ ਅਤੇ ਦਵਾਈ ਲੈ ਕੇ ਆਉਂਦਾ ਹੈ। ਚਲਦੀ ਕਥਾ ਦੇ ਵਿੱਚ ਹੀ ਮਸਤਾਨਾ ਸਿੰਘ ਕਹਿੰਦੇ ਹਨ ਕਿ ਬਾਬਾ ਜੀ, ਪਹਿਲਾਂ ਤੁਸੀਂ ਦੁੱਧ ਤੇ ਆਪਣੀ ਦਵਾ ਛਕ ਲਵੋ। ਬਾਬਾ ਜੀ ਨੇ ਕਿਹਾ ਕਿ ਪੰਡਤ ਜੀ ਆਪਣੀ ਕਥਾ ਸਰਵਣ ਕਰਵਾ ਰਹੇ ਨੇ, ਕਥਾ ਤੋਂ ਬਾਅਦ ਛਕ ਲਵਾਂਗਾ। ਉਹ ਮਸਤਾਨਾ ਸਿੰਘ ਦੁੱਧ ਅਤੇ ਦਵਾ ਫੜ ਕੇ ਇੱਕ ਪਾਸੇ ਖੜਾ ਹੋ ਗਿਆ ਅਤੇ ਕਥਾ ਸਰਵਣ ਕਰਨ ਲੱਗੇ। ਪੰਡਤ ਜੀ ਗਰੁੜ ਪੁਰਾਣ ਦੀ ਕਥਾ ਕਰ ਰਹੇ ਸੀ ਕਿ ਧਰਮਰਾਜ ਦੀ ਕਚਹਿਰੀ ਦੇ ਵਿੱਚ ਪਹੁੰਚਣ ਦੇ ਲਈ ਇੱਕ ਜੀਵ ਆਤਮਾ ਨੂੰ ਕਮ ਤੋਂ ਕਮ 5 ਸਾਲ ਦਾ ਸਮਾਂ ਲੱਗਦਾ ਹੈ। ਪੰਡਤ ਜੀ ਦੇ ਵਿਚਾਰ ਬਾਬਾ ਜੀ ਮਸਤਾਨਾ ਸਿੰਘ ਅਤੇ ਹੋਰ ਸੰਗਤਾਂ ਵੀ ਸੁਣ ਰਹੀਆਂ ਸੀ। ਫਿਰ ਮਸਤਾਨਾ ਸਿੰਘ ਨੇ ਆਪਣੀ ਮੌਜ ਦੇ ਵਿੱਚ ਕਹਿਣ ਲੱਗੇ ਕਿ ਬਾਬਾ ਜੀ, ਤੁਸੀਂ ਪਹਿਲਾਂ ਦਵਾ ਛਕ ਲਵੋ। ਬਾਬਾ ਜੀ ਨੇ ਫਿਰ ਕਿਹਾ ਕਿ ਦੁੱਧ ਦਵਾ ਕਥਾ ਤੋਂ ਬਾਅਦ ਹੀ ਛਕਾਂਗਾ। ਪੰਡਤ ਜੀ ਨੇ ਫਿਰ ਆਪਣੀ ਕਥਾ ਸ਼ੁਰੂ ਕਰ ਦਿੱਤੀ। ਪੰਡਤ ਜੀ ਦੱਸਣ ਲੱਗੇ ਕਿ ਯਮਰਾਜ ਦੀ ਕਚਹਿਰੀ ਦੇ ਵਿੱਚ ਕਿਵੇਂ ਵੱਖਰੇ ਵੱਖਰੇ ਕਰਮਾਂ ਦੀਆਂ ਸਜ਼ਾਵਾਂ ਮਿਲਦੀਆਂ ਹਨ। ਇਸ ਤਰ੍ਹਾਂ ਦੇ ਵਿਚਾਰ ਉਹਨਾਂ ਦੇ ਦਿਲ ਵਿੱਚ ਚੱਲ ਰਹੇ ਸੀ ਕਿ ਫਿਰ ਮਸਤਾਨੇ ਸਿੰਘ ਨੇ ਕਿਹਾ ਕਿ ਬਾਬਾ ਜੀ, ਤੁਹਾਡੀ ਸਿਹਤ ਖਰਾਬ ਹੈ, ਉਹ ਪਹਿਲਾਂ ਤੁਸੀਂ ਦਵਾ ਲੈ ਲਵੋ। ਪਰ ਬਾਬਾ ਜੀ ਨੇ ਫਿਰ ਮਨਾ ਕਰ ਦਿੱਤਾ। ਕਥਾ ਫਿਰ ਸ਼ੁਰੂ ਹੋ ਗਈ ਕਿ ਧਰਮਰਾਜ ਦੀ ਕਚਹਿਰੀ ਦੇ ਵਿੱਚ ਪਹੁੰਚਣ ਦੇ ਲਈ 5 ਸਾਲ ਦਾ ਸਮਾਂ ਲੱਗਦਾ ਹੈ। ਪਰ ਇਹ ਸੁਣ ਕੇ ਮਸਤਾਨਾ ਸਿੰਘ ਆਪਣੀ ਮੌਜ ਦੇ ਵਿੱਚ ਆ ਗਏ। ਕਿਹਾ ਜਾਂਦਾ ਹੈ ਕਿ ਜੋ ਮਸਤਾਨਾ ਸਿੰਘ ਹੁੰਦੇ ਹਨ, ਉਹਨਾਂ ਦੀ ਵਿਰਤੀ ਬਹੁਤ ਹੀ ਉੱਚੀ ਹੁੰਦੀ ਹੈ। ਸਹਿਜ ਸੁਭਾਅ ਆਪਣੀ ਮੌਜ ਦੇ ਵਿੱਚ ਜੋ ਵੀ ਗੱਲ ਕਹਿੰਦੇ ਹਨ ਉਹ ਪੂਰੀ ਹੋ ਜਾਂਦੀ ਹੈ।
ਸੋ ਉਸ ਦਿਨ ਵੀ ਇਹ ਕਥਾ ਸੁਣ ਕੇ ਮਸਤਾਨੇ ਸਿੰਘ ਆਪਣੀ ਮੌਜ ਦੇ ਵਿੱਚ ਆ ਗਏ ਅਤੇ ਪੰਡਤ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਕੀ 5 ਸਾਲ ਲਗਾਈ ਹੈ ਧਰਮਰਾਜ ਦੀ ਕਚਹਿਰੀ ਦੇ ਵਿੱਚ ਪਹੁੰਚਣ ਦੇ ਲਈ। ਪੰਡਤ ਜੀ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਹੁਣੇ ਹੀ ਧਰਮਰਾਜ ਦੇ ਦਰਸ਼ਨ ਕਰਵਾ ਦਿੰਦਾ ਹਾਂ। ਤੁਹਾਨੂੰ ਐਸੇ ਹੀ ਕਮਰੇ ਦੇ ਵਿੱਚ ਮਸਤਾਨੇ ਸਿੰਘ ਦੀਆਂ ਗੱਲਾਂ ਸੁਣ ਕੇ ਉੱਥੇ ਬੈਠੇ ਸੰਗਤਾਂ ਹੈਰਾਨ ਹੋ ਗਈਆਂ। ਮਸਤਾਨੇ ਸਿੰਘ ਦੀ ਇਹ ਗੱਲ ਸੁਣ ਕੇ ਪੰਡਤ ਜੀ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਅਤੇ ਉਹਨਾਂ ਨੇ ਬਾਬਾ ਜੀ ਨੂੰ ਪੁੱਛਿਆ ਕਿ ਇਹ ਸਿੰਘ ਕੀ ਕਹਿ ਰਿਹਾ ਹੈ। ਤਾਂ ਬਾਬਾ ਜੀ ਨੇ ਕਿਹਾ, ਇਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ, ਇਹ ਮਸਤਾਨੇ ਸਿੰਘ ਹਨ। ਇਹਨਾਂ ਦੀ ਬਿਰਤੀ ਬਹੁਤ ਹੀ ਉੱਚੀ ਹੁੰਦੀ ਹੈ। ਪਰ ਪੰਡਤ ਜੀ ਨੇ ਉਸ ਦੀ ਗੱਲ ਦਾ ਗੁੱਸਾ ਕੀਤਾ ਅਤੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਪੰਡਤ ਜੀ ਨੇ ਮਸਤਾਨੇ ਨੂੰ ਕਿਹਾ ਕਿ ਮੈਨੂੰ ਧਰਮਰਾਜ ਦੇ ਦਰਸ਼ਨ ਕਰਵਾਓ ਹੁਣੀ। ਇਸੇ ਸਮੇਂ ਮਸਤਾਨੇ ਸਿੰਘ ਨੇ ਦੁੱਧ ਤੇ ਦਵਾ ਬਾਬਾ ਜੀ ਨੂੰ ਦਿੱਤੀ ਅਤੇ ਕਿਹਾ, ਬਾਬਾ ਜੀ ਤੁਸੀਂ ਦਵਾ ਤੇ ਦੁੱਧ ਛਕੋ, ਮੈਂ ਪੰਡਤ ਜੀ ਨੂੰ ਧਰਮਰਾਜ ਦੀ ਕਚਹਿਰੀ ਦਾ ਗੇੜਾ ਮਰਵਾ ਕੇ ਹੁਣੇ ਆਉਂਦਾ ਹਾਂ। ਐਨੀ ਗੱਲ ਕਹਿ ਕੇ ਉਹ ਮਸਤਾਨੇ ਸਿੰਘ ਨੇ ਆਪਣੀ ਮਿਹਰ ਭਰੀ ਨਿਗਾਹ ਪੰਡਤ ਜੀ ਦੇ ਵੱਲ ਮਾਰੀ ਅਤੇ ਇੱਕ ਛਣ ਦੇ ਵਿੱਚ ਹੀ ਪੰਡਤ ਜੀ ਅਤੇ ਮਸਤਾਨਾ ਆਪਣੇ ਆਪ ਨੂੰ ਧਰਮਰਾਜ ਦੇ ਦਰਬਾਰ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ। ਪੰਡਤ ਜੀ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ। ਇਹ ਇੱਕ ਵੱਖਰਾ ਹੀ ਲੋਕ ਸੀ ਜਿਸ ਨੂੰ ਦੇਖ ਕੇ ਪੰਡਤ ਜੀ ਦੰਗ ਰਹਿ ਗਏ। ਉਹਨਾਂ ਨੇ ਦੇਖਿਆ ਕਿ ਧਰਮਰਾਜ ਆਪਣੇ ਸਥਾਨ ਤੇ ਬੈਠ ਕੇ ਨਿਆਂ ਕਰ ਰਹੇ ਹੈ। ਧਰਮਰਾਜ ਨੇ ਜਦੋਂ ਮਸਤਾਨੇ ਸਿੰਘ ਨੂੰ ਵੇਖਿਆ ਤਾਂ ਧਰਮਰਾਜ ਨੇ ਉਸ ਦਾ ਸਵਾਗਤ ਕੀਤਾ। ਮਸਤਾਨੇ ਸਿੰਘ ਨੇ ਕਿਹਾ ਕਿ ਪੰਡਤ ਜੀ ਦੇ ਮਨ ਵਿੱਚ ਵਿਚਾਰ ਸੀ ਕਿ ਧਰਮਰਾਜ ਦੇ ਕੋਲ ਪਹੁੰਚਣ ਦੇ ਲਈ ਇੱਕ ਜੀਵ ਨੂੰ ਆਤਮਾ ਨੂੰ 5 ਸਾਲ ਦਾ ਸਮਾਂ ਲੱਗਦਾ ਹੈ। ਉਹਨਾਂ ਦਾ ਇਹ ਭਰਮ ਦੂਰ ਕਰਨ ਲਈ ਮੈਂ ਇਹਨਾਂ ਨੂੰ ਤੁਹਾਡੇ ਦਰਸ਼ਨਾਂ ਦੇ ਲਈ ਲੈ ਕੇ ਆਇਆ ਹਾਂ। ਇਹ ਕਿਸੇ ਵੀ ਲੋਕ ਦੇ ਵਿੱਚ ਇੱਕ ਛਣ ਦੇ ਵਿੱਚ ਪਹੁੰਚ ਜਾਂਦੇ ਹਨ। ਪੰਡਤ ਜੀ ਨੂੰ ਹਲੇ ਵੀ ਯਕੀਨ ਨਹੀਂ ਹੋ ਰਿਹਾ ਸੀ। ਉਹਨਾਂ ਨੂੰ ਹਲੇ ਵੀ ਇਹ ਲੱਗ ਰਿਹਾ ਸੀ ਕਿ ਜਿਵੇਂ ਉਹ ਸੁਪਨਾ ਦੇਖ ਰਹੇ ਹੋਣ। ਉਹਨਾਂ ਨੇ ਜੋ ਕੁਝ ਵੀ ਵੈਦ ਪੁਰਾਣਾਂ ਦੇ ਵਿੱਚ ਪੜ੍ਹਿਆ ਸੀ ਉਹ ਪੰਡਤ ਜੀ ਸਾਫ਼-ਸਾਫ਼ ਦੇਖ ਰਹੇ ਸੀ। ਇਹ ਸਭ ਦੇਖ ਕੇ ਪੰਡਤ ਜੀ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਉਹ ਤਾਂ ਬਾਬਾ ਜੀ ਦੇ ਕਮਰੇ ਦੇ ਵਿੱਚ ਹੀ ਬੈਠ ਕੇ ਗਰੁੜ ਪੁਰਾਣ ਦੀ ਕਥਾ ਸਰਵਣ ਕਰਵਾ ਰਹੇ ਸੀ ਅਤੇ ਪੰਡਤ ਜੀ ਦਾ ਮਨ ਧਰਮਰਾਜ ਦੀ ਕਚਹਿਰੀ ਦੇਖਣ ਦਾ ਸੀ। ਪੰਡਤ ਜੀ ਨੇ ਧਰਮਰਾਜ ਨੂੰ ਸਾਰੀ ਗੱਲ ਦੱਸੀ। ਧਰਮਰਾਜ ਨੇ ਕਿਹਾ ਕਿ ਪੰਡਤ ਜੀ ਹੁਣ ਤੁਸੀਂ ਆਪਣੀ ਮਾਤ ਲੋਕ ਵਿੱਚ ਜਾਓ, ਪਰਮਾਤਮਾ ਦੀ ਸੇਵਾ ਵਿੱਚ ਲੱਗੋ, ਤੁਹਾਡੇ ਦੁਆਰ ਵੀ ਪਰਮਾਤਮਾ ਦੇ ਨਾਮ ਨਾਲ ਖੁੱਲ ਜਾਣਗੇ। ਫਿਰ ਤੁਸੀਂ ਇਹਨਾਂ ਮੰਡਲਾਂ ਵਿੱਚ ਦਰਸ਼ਨ ਕਰ ਲਿਓ। ਫਿਰ ਮਸਤਾਨੇ ਸਿੰਘ ਨੇ ਆਪਣੀ ਮਿਹਰ ਭਰੀ ਨਿਗਾਹ ਪੰਡਤ ਜੀ ਦੇ ਉੱਤੇ ਮਾਰੀ ਅਤੇ ਅੱਖ ਝਪਕਦਿਆਂ ਹੀ ਉਹ ਉਸੇ ਕਮਰੇ ਦੇ ਵਿੱਚ ਪਹੁੰਚ ਗਏ ਜਿੱਥੇ ਕਥਾ ਸਰਵਣ ਕਰ ਰਹੇ ਸੀ। ਪੰਡਤ ਜੀ ਇਹ ਸਭ ਦੇਖ ਕੇ ਹੈਰਾਨ ਹੋ ਗਏ। ਜਦੋਂ ਉਹ ਉੱਥੇ ਪਹੁੰਚੇ ਤਾਂ ਬਾਬਾ ਜੀ ਪੰਡਤ ਦੇ ਵੱਲ ਵੇਖ ਕੇ ਮੁਸਕਰਾ ਰਹੇ ਸੀ। ਬਾਬਾ ਜੀ ਨੇ ਕਿਹਾ ਕਿ ਕਿਉਂ ਪੰਡਤ ਜੀ, ਧਰਮਰਾਜ ਦੇ ਦਰਸ਼ਨ ਹੋਏ? ਇਹ ਸੁਣ ਕੇ ਪੰਡਤ ਜੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਿਆ ਅਤੇ ਕਹਿਣ ਲੱਗਿਆ, ਧੰਨ ਹੋ ਤੁਸੀਂ ਅਤੇ ਧੰਨ ਹੈ ਉਹ ਗੁਰੂ ਜਿਨ੍ਹਾਂ ਦੇ ਤੁਸੀਂ ਸੇਵਕ ਇੰਨੀ ਉੱਚੀ ਬਿਰਤੀ ਵਾਲੇ ਹਨ। ਉਹਨਾਂ ਦਾ ਗੁਰੂ ਕਿੰਨਾ ਉੱਚੀ ਬਿਰਤੀ ਵਾਲਾ ਮਾਲਕ ਹੋਵੇਗਾ। ਇਸ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।